ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਪੰਜਵੇਂ ਦੇ ਦੂਜੇ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪੰਜਵਾਂ। ਗੁਰਸੇਵਾ ਤੇ ਨਾਮੇ ਲਾਗਾ, ਤਿਸਕਿਓ ਮਿਲਿਆ ਜਿਸ ਮਸਤਕ ਭਾਗਾ। ਤਿਸਕੇ ਹਿਰਦੇ ਰਵਿਆ ਸੋਏ, ਮਨ ਤਨ ਸੀਤਲ ਨਿਚਲ ਹੋਏ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ ਰਹਾਓ। ਜਾਸ ਜਪਤ ਪਾਪ ਦਾਪ ਜਾਏ, ਤਾਵਤ ਮਨੁਆ ਆਵੇ ਠਾਏ। ਜਾਸ ਜਪਤ ਫਿਰ ਦੁੱਖ ਨਾ ਲਾਗੇ, ਜਾਸ ਜਪਤ ਇਹ ਹਉਮੈ ਭਾਗੇ। ਜਾਸ ਜਪਤ ਵਸ ਆਵੇ ਪੰਚਾ, ਜਾਸ ਜਪਤ ਹਿਰਦੇ ਅੰਮ੍ਰਿਤ ਸੰਚਾ। ਜਾਸ ਜਪਤ ਇਹ ਤ੍ਰਿਸ਼ਨਾ ਬੂਝੇ, ਜਾਸ ਜਪਤ ਹਰ ਦਰਗੇ ਸੀਜੇ। ਜਾਸ ਜਪਤ ਕੋਟ ਮਿਟੇ ਅਪਰਾਧ, ਜਾਸ ਜਪਤ ਹਰ ਹੋਵੇ ਸਾਧ। ਜਾਸ ਜਪਤ ਮਨ ਸੀਤਲ ਹੋਵੇ, ਜਾਸ ਜਪਤ ਮਨ ਸਗਲੀ ਖੋਵੇ। ਜਾਸ ਜਪਤ ਰਤਨ ਹਰ ਮਿਲੇ, ਬਾਹਰ ਨ ਛੋਡੇ ਹਰ ਸੰਗ ਹਿਲੇ। ਜਾਸ ਜਪਤ ਕਈ ਬੈਕੁੰਠ ਵਾਸ, ਜਾਸ ਜਪਤ ਸੁਖ ਸਹਿਜ ਨਿਵਾਸ। ਜਾਸ ਜਪਤ ਇਹ ਅਗਨ ਨ ਪੋਹਤ, ਜਾਸ ਜਪਤ ਇਹ ਕਾਲ ਨ ਜੋਹਤ। ਜਾਸ ਜਪਤ ਤੇਰਾ ਨਿਰਮਲ ਮਾਥਾ, ਜਾਸ ਜਪਤ ਸਗਲਾ ਦੁਖ ਲਾਥਾ। ਜਾਸ ਜਪਤ ਮੁਸਕਲ ਕੁਛ ਨ ਬਨੇ, ਜਾਸ ਜਪਤ ਸੁਣ ਅਨਹਦ ਤੁਨੇ। ਜਾਸ ਜਪਤ ਇਹ ਨਿਰਮਲ ਸੋਈ, ਜਾਸ ਜਪਤ ਕਮਲ ਸੀਦਾ ਹੋਈ। ਗੁਰ ਸਭ ਸ੍ਰਿਸ਼ਟ ਸਭ ਊਪਰ ਕਰੀ, ਜਿਸਕੇ ਹਿਰਦੇ ਮੰਤਰ ਦੇ ਹਰੀ। ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਉ ਨਾਨਕ ਜਿਸ ਮਸਤਕ ਪੂਰਾ। ਸਤਿਗੁਰ ਪੂਰਾ ਗੁਰ ਸਭ ਸ੍ਰਿਸ਼ਟ ਸਭ ਊਪਰ ਕਰੀ, ਜਿਸਕੇ ਹਿਰਦੇ ਮੰਤਰ ਤੇ ਹਰੀ। ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਉ ਨਾਨਕ ਜਿਸ ਮਸਤਕ ਪੂਰਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਜਪਣ ਅਤੇ ਕੀਰਤਨ ਦੇ ਗੁਣ ਗਾਇਨ ਦੀ ਮਹੱਤਤਾ ਬਾਰੇ ਦੱਸਦੇ ਹਨ ਕਿ ਕਿਸ ਤਰ੍ਹਾਂ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਦਿਆਂ ਅਨੇਕਾਂ ਬੈਕੁੰਠਾਂ ਦਾ ਨਿਵਾਸ ਹਾਸਲ ਹੋ ਜਾਂਦਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੇਵਾ ਸਦਕਾ ਪਰਮੇਸ਼ਰ ਦੇ ਗੁਰਸ਼ਬਦ ਨਾਮ ਵਿੱਚ ਗੁਰਮੁਖ ਜੀਵ ਜੁੜਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਹ ਅਮੋਲਕ ਗੁਰਸ਼ਬਦ ਨਾਮ ਗੁਰੂ ਰੂਪ ਗੁਰਬਾਣੀ ਦੁਆਰਾ ਉਹਨਾਂ ਗੁਰਮੁਖਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜੀ, ਜਿਨ੍ਹਾਂ ਦੇ ਪੂਰਬਲੇ ਕਰਮਾਂ ਵਿੱਚ ਲਿਖਿਆ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਨੂੰ ਉਹਨਾਂ ਦੇ ਪੂਰਬਲੇ ਕਰਮਾਂ ਚੰਗੇ ਭਾਗਾਂ ਕਾਰਨ ਉਹਨਾਂ ਦੇ ਹਿਰਦੇ ਵਿੱਚ ਹੀ ਪਰਮੇਸ਼ਰ ਦਾ ਨਾਮ ਹੁੰਦਾ ਹੈ ਜੀ, ਅਤੇ ਉਹਨਾਂ ਦਾ ਮਨ ਅਤੇ ਤਨ ਗੁਰਸ਼ਬਦ ਗੁਰਬਾਣੀ ਨਾਮ ਦੀ ਸੀਤਲਤਾ ਸਦਕਾ ਸਦਾ ਨਿਚਲ ਅਤੇ ਸ਼ਾਂਤ ਭਾਵ ਸਥਿਰ ਹੋ ਕੇ ਇੱਕ ਜਗ੍ਹਾ 'ਤੇ ਟਿਕ ਜਾਂਦਾ ਹੈ ਜੀ, ਅਤੇ ਉਹਨਾਂ ਦੀ ਸਾਰੀ ਦੌੜ ਭੱਜ ਖਤਮ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮੇਰੇ ਮਨ, ਤੂੰ ਇਹੋ ਜਿਹਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਕੀਰਤਨ ਕਰੋ, ਭਾਵ ਪਰਮੇਸ਼ਰ ਹਰ ਦਾ ਜਸ ਕੀਰਤਨ ਗਾਇਨ ਕਰੋ ਜੀ, ਜਿੱਥੇ ਇਹ ਭਾਵ ਜਿਹੜਾ ਇੱਥੇ ਉੱਥੇ ਭਾਵ ਲੋਕ ਅਤੇ ਪਰਲੋਕ ਵਿੱਚ ਵੀ ਤੇਰੇ ਕੰਮ ਆਵੇ ਜੀ, ਭਾਵ ਜਿਹੜਾ ਸਾਡੇ ਨਾਲ ਜਾਵੇ ਜੀ, ਅਤੇ ਇੱਥੇ ਰਹਿੰਦਿਆਂ ਵੀ ਜੀਵਨ ਹੁੰਦਿਆਂ ਵੀ ਸਾਡਾ ਸਹਾਈ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਨੂੰ ਜਪਣ ਨਾਲ ਸਾਰੇ ਭੈ ਭਾਵ ਸਾਰੇ ਡਰ ਅਤੇ ਬਿਪਤਾ ਦੂਰ ਹੋ ਜਾਂਦੀ ਹੈ ਜੀ, ਅਤੇ ਮਨ ਇੱਧਰ ਉੱਧਰ ਨਹੀਂ ਭਟਕਦਾ ਜੀ,
ਅਤੇ ਆਪਣੇ ਨਿੱਜ ਸਥਾਨ ਉੱਤੇ ਟਿਕ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਨੂੰ ਜਪਣ ਨਾਲ ਫਿਰ ਕੋਈ ਦੁੱਖ ਨਹੀਂ ਲੱਗਦਾ ਜੀ, ਅਤੇ ਹਉਮੈ ਵੀ ਚਲੀ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਣ ਨਾਲ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਸ ਵਿੱਚ ਆ ਜਾਂਦੇ ਹਨ ਜੀ। ਭਾਵ ਕਾਬੂ 'ਚ ਆ ਜਾਂਦੇ ਹਨ ਜੀ, ਖਤਮ ਹੋ ਜਾਂਦੇ ਹਨ ਜੀ। ਅਤੇ ਮਨ ਅਤੇ ਹਿਰਦੇ ਵਿੱਚ ਅੰਮ੍ਰਿਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਨੂੰ ਸੰਜੋ ਲਈਦਾ ਹੈ ਜੀ। ਅਤੇ ਸਾਰੀਆਂ ਤ੍ਰਿਸ਼ਨਾਵਾਂ ਦੀ ਅੱਗ ਬੁਝ ਜਾਂਦੀ ਹੈ ਜੀ, ਅਤੇ ਪਰਮੇਸ਼ਰ ਹਰ ਦੀ ਦਰਗਾਹ ਵਿੱਚ ਸਫਲ ਸੁਰਖਰੂ ਹੋ ਕੇ ਜਾਈਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਣ ਨਾਲ ਕਰੋੜਾਂ ਅਪਰਾਧ ਮਿਟ ਜਾਂਦੇ ਹਨ ਜੀ, ਅਤੇ ਪਰਮੇਸ਼ਰ ਹਰ ਦੇ ਗੁਰਮੁਖ ਬਣ ਜਾਈਦਾ ਹੈ ਜੀ। ਅਤੇ ਤਨ ਅਤੇ ਮਨ ਸੀਤਲ ਹੁੰਦਾ ਹੈ ਜੀ, ਅਤੇ ਜਨਮ ਜਨਮਾਂਤਰਾਂ ਦੀ ਸਾਨੂੰ ਲੱਗੀ ਹੋਈ ਮੈਲ ਭਾਵ ਹਉਮੈ ਨਸ਼ਟ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਣ ਨਾਲ ਪਰਮੇਸ਼ਰ ਰੂਪ ਹਰ ਸ਼ਬਦ ਨਾਮ ਰੂਪ ਰਤਨ ਮਿਲਦਾ ਹੈ ਜੀ, ਅਤੇ ਗੁਰਮੁਖ ਪਰਮੇਸ਼ਰ ਹਰ ਨਾਲ ਇਕਮਿਕ ਹੋ ਜਾਂਦੇ ਹਨ ਜੀ। ਫਿਰ ਕੋਈ ਭੇਦ ਭਾਵ ਨਹੀਂ ਰਹਿੰਦਾ ਜੀ, ਅਤੇ ਕਈ ਬੈਕੁੰਠਾਂ ਦਾ ਵਾਸਾ ਮਨ ਅਤੇ ਹਿਰਦੇ ਵਿੱਚ ਹੀ ਮਿਲ ਜਾਂਦਾ ਹੈ ਜੀ, ਅਤੇ ਉਸ ਨਾਲ ਸਹਿਜੇ ਹੀ ਸੁਖਦਾਈ ਨਿਵਾਸ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਣ ਨਾਲ ਇਹ ਮਾਇਆ ਦੀ ਅਗਨੀ ਅਸਰ ਨਹੀਂ ਕਰਦੀ ਜੀ, ਅਤੇ ਇਹ ਕਾਲ ਜੋਤ ਨਹੀਂ ਸਕਦਾ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖਾਂ ਦਾ ਮਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਨਿਰਮਲ ਹੋ ਜਾਂਦਾ ਹੈ ਜੀ, ਅਤੇ ਉਹਨਾਂ ਦੇ ਸਾਰੇ ਦੁੱਖ ਲੱਥ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਣ ਨਾਲ ਕੋਈ ਮੁਸ਼ਕਿਲ ਪੇਸ਼ ਨਹੀਂ ਆਉਂਦੀ ਜੀ, ਅਤੇ ਅਨਾਹਦ ਨਾਦ ਸੁਣੀਦਾ ਹੈ ਜੀ, ਭਾਵ ਆਤਮਿਕ ਆਨੰਦ ਸੁੱਖ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸ਼ਬਦ ਗੁਰਬਾਣੀ ਨਾਮ ਨੂੰ ਰਸਨਾ ਵੀ ਸ਼ੋਭਾ ਵਾਲੀ ਹੋ ਜਾਂਦੀ ਹੈ ਜੀ, ਭਾਵ ਨਿਰਮਲ ਪਵਿੱਤਰ ਹੋ ਜਾਂਦੀ ਹੈ ਜੀ, ਅਤੇ ਜੀਵਾਂ ਦਾ ਹਿਰਦੇ ਰੂਪ ਕਮਲ ਜੋ ਕਿ ਪੁੱਠਾ ਹੋਇਆ ਹੈ ਜੀ, ਉਹ ਸਿੱਧਾ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਰੂਪ ਗੁਰੂ ਦੀ ਸ਼ੁਭ ਕਿਰਪਾ ਦ੍ਰਿਸ਼ਟੀ ਸਾਰਿਆਂ ਉੱਤੇ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਮੰਤਰ ਉਹਨਾਂ ਨੇ ਪਾ ਦਿੱਤਾ ਹੈ ਜੀ, ਉਹਨਾਂ 'ਤੇ ਹੀ ਵਿਸ਼ੇਸ਼ ਮਿਹਰ ਹੁੰਦੀ ਹੈ ਜੀ, ਅਤੇ ਉਹਨਾਂ ਗੁਰਮੁਖਾਂ ਉੱਤੇ ਪੂਰਾ ਸਤਿਗੁਰ ਮਿਹਰਬਾਨ ਹੋ ਕੇ ਆਪਣੀ ਬਖਸ਼ਿਸ਼ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਨੂੰ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣ ਗਾਇਨ ਅਖੰਡ ਕੀਰਤਨ ਰੂਪ ਚੂਰਮੇ ਦਾ ਭੋਜਨ ਦਾ ਚੂਰਾ ਭਾਵ ਸਵਾਦ ਮਿਲਦਾ ਹੈ ਜੀ, ਆਨੰਦ ਆਉਂਦਾ ਹੈ ਜੀ। ਫਿਰ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਦੇ ਮਨ ਅਤੇ ਹਿਰਦਾ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਲੱਗਦਾ ਹੈ ਜੀ, ਅਤੇ ਉਹ ਗੁਰਸ਼ਬਦ ਦੇ ਗੁਣ ਗਾਇਨ ਸਿਮਰਦੇ ਹਨ, ਕੀਰਤਨ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦੀ ਮਿਹਰ ਕਿਰਪਾ ਕਰਕੇ ਉਹ
ਪਰਮੇਸ਼ਰ ਦਾ ਹੀ ਇੱਕ ਅੰਸ਼ ਹੋ ਜਾਂਦੇ ਹਨ ਜੀ, ਜੋ ਕਿ ਅਸੀਂ ਸਾਰੇ ਹੀ ਹਾਂ ਜੀ। ਪਰ ਉਹਦੀ ਭਾਲ ਕਿਸ ਤਰ੍ਹਾਂ ਕਰਨੀ ਹੈ ਜੀ? ਗੁਰਸ਼ਬਦ ਗੁਰਬਾਣੀ ਨਾਮ ਦੁਆਰਾ। ਇਸ ਸ਼ਬਦ ਵਿੱਚ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਜਾਸ ਜਪਤ ਕੇ ਬੈਕੁੰਠ ਵਾਸ। ਭਾਵ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪਣ ਨਾਲ, ਕੀਰਤਨ ਗਾਉਣ ਨਾਲ, ਗੁਣ ਗਾਇਨ ਕਰਨ ਨਾਲ, ਸਿਮਰਨ ਨਾਲ ਕਈ ਅਨੇਕਾਂ ਬੈਕੁੰਠਾਂ ਦਾ ਮਨ ਅਤੇ ਹਿਰਦੇ ਵਿੱਚ ਹੀ ਉਹਨਾਂ ਦਾ ਨਿਵਾਸ, ਭਾਵ ਉਹਨਾਂ ਦੇ ਆਨੰਦਮਈ ਉਸ ਦਾ ਵਾਸਾ ਅੰਦਰ ਹੀ ਹੋ ਜਾਂਦਾ ਹੈ ਜੀ। ਇਸ ਸ਼ਬਦ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੇ ਪਰਮੇਸ਼ਰ ਦੀ ਮਹਿਮਾ ਦੇ, ਕੀਰਤਨ ਦੀ ਮਹਿਮਾ ਦੇ ਗੁਣ ਗਾਨ ਕਰਨ ਬਾਰੇ ਗੁਰੂ ਜੀ ਸਾਨੂੰ ਦੱਸਦੇ ਹਨ, ਪ੍ਰੇਰਨਾ ਦਿੰਦੇ ਹਨ ਕਿ ਹੇ ਮਨ, ਤੂੰ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਕੀਰਤਨ ਕਰ, ਜੋ ਇਸ ਲੋਕ ਤੇ ਪਰਲੋਕ ਵਿੱਚ ਤੇਰੇ ਕੰਮ ਆਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਕੀਰਤਨ ਦੀ ਦਾਤ ਉਹਨਾਂ ਗੁਰਮੁਖਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜੀ, ਜਿਹੜੇ ਗੁਰਮੁਖ ਪਹਿਲਾਂ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਨ ਜੀ। ਅਤੇ ਇਹ ਨਿਰਮੋਲਕ ਹੀਰਾ ਹਰ ਇੱਕ ਨੂੰ ਨਹੀਂ ਮਿਲਦਾ ਜੀ, ਮਿਲਦਾ ਉਹਨਾਂ ਨੂੰ ਹੀ ਹੈ ਜੀ ਜਿਨ੍ਹਾਂ ਦੇ ਚੰਗੇ ਭਾਗ ਹੋਣ ਅਤੇ ਗੁਰਸ਼ਬਦ ਗੁਰਬਾਣੀ ਨਾਮ ਰਤਨ ਪਦਾਰਥ ਜਿਹੜੇ ਚਾਹਕ ਹਨ, ਉਹ ਪਹਿਲਾਂ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਨ, ਨਾਮ ਰਸੀਆ ਬਣਨ, ਸਿਮਰਨ ਤੇ ਕੀਰਤਨ ਦੇ ਗੁਣ ਗਾਇਨ ਕਰਨ, ਤਾਂ ਫਿਰ ਉਹ ਗੁਰਸ਼ਬਦ ਗੁਰਬਾਣੀ ਨਾਮ ਦੇ ਨੂੰ ਪ੍ਰਾਪਤ ਕਰਨ ਦੇ ਯੋਗ, ਕਾਬਿਲ ਬਣ ਜਾਂਦੇ ਹਨ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਦੱਸੇ ਹਨ, ਬਾਹਰ ਨਾ ਛੋਡੇ ਹਰ ਸੰਗ ਹਿੱਲੇ, ਜਾਸ ਜਪਤ ਹਰ ਹੋਵੇ ਸਾਧ। ਭਾਵ ਗੁਰੂ ਸਾਡੇ ਸੰਗ ਹੀ ਹੈ ਜੀ, ਅਤੇ ਉਹ ਤਾਂ ਹੀ ਸਾਧਿਆ ਜਾਏਗਾ ਜੀ ਜੇ ਅਸੀਂ ਉਸ ਨਾਲ ਜੁੜਾਂਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰਨਾ, ਉਹਦੇ ਗੁਣ ਗਾਇਨ ਕਰਨ ਨਾਲ, ਕੀਰਤਨ ਕਰਨ ਨਾਲ ਮਨੁੱਖ ਦੇ ਸਾਰੇ ਦੁਨਿਆਵੀ ਸੰਕਟ ਦੂਰ ਹੋ ਜਾਂਦੇ ਹਨ ਜੀ, ਵਾਸ਼ਨਾਵਾਂ ਖਤਮ ਹੋ ਜਾਂਦੀਆਂ ਹਨ ਜੀ, ਅਤੇ ਮਨੋਵਿਕਾਰ ਪਿੱਛਾ ਛੱਡ ਜਾਂਦੇ ਹਨ ਜੀ, ਜੋ ਕਿ 5 ਵਿਕਾਰ ਹਨ, 5 ਚੋਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੀ ਕਾਬੂ 'ਚ ਖਤਮ ਹੋ ਜਾਂਦੇ ਹਨ ਜੀ। ਅਤੇ ਮਨ ਅਤੇ ਹਿਰਦਾ ਸ਼ਾਂਤ ਅਤੇ ਸਥਿਰ ਹੋ ਜਾਂਦਾ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਅਧਿਆਤਮਕ ਸੁੱਖ ਮਿਲਦਾ ਹੈ ਜੀ, ਅਤੇ ਗੁਰੂ ਦੀ ਸ਼ੁਭ ਮਿਹਰ ਕਿਰਪਾ ਦ੍ਰਿਸ਼ਟੀ ਨਾਲ ਗੁਰਮੁਖ ਸਾਧਕ ਕੀਰਤਨ ਰੂਪ ਭੋਜਨ ਕਰਕੇ, ਗੁਰਸ਼ਬਦ ਗੁਰਬਾਣੀ ਨਾਮ ਦੇ ਕੀਰਤਨ ਗਾ ਕੇ ਤ੍ਰਿਪਤ ਹੋ ਜਾਂਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।